ਹੁਣ ਆਪਾਂ ਨੂੰ परम पूज्य बाबा जी बचना दे नाल गुरबाणी नाल गुरु इतिहास नाल गुरमत की विचारधारा नाल जोड़नगे। बाबा जी संत बाबा राम सिंह जी महाराज, उन्होंने बेनती है कि कृपा करो। वाहिगुरु जी का खालसा, वाहिगुरु जी की फतेह। जागत जोत सतगुरु साहिब श्री गुरु ग्रंथ साहिब परम पिता बापू दी पवित्र गोद दा आनंद माण रही। गुरु सवारी गुरु प्यारी गुरु खालसा साध संगत जीओ, प्यार सत्कार निम्रता सहित फतेह बुलाओ। वाहिगुरु जी का खालसा, वाहिगुरु जी की फतेह। अज सतगुरु साहिब श्री गुरु अमरदास साहिब पातशाह दा ज्योति जोत समाउण दिवस है। अज सतगुरु जी अपनी मौज विच आगामी हुक्म द्वारा निज धाम सचखंड प्याना कर गए। जिक्र है समा ते सेहत इजाजत नहीं देंदे ज़्यादा कुछ कहण लई, पर जो समा होवे दिन होवे पुरब होवे उस संबंध विच कोई बचन ना किया जावे चंगा नहीं लगता। अज जिथे पूर्णमाशी का शुभ दिहाड़ा मना रहे हो, हर महीने की तरह हाजरियां ये दरगाही हाजरियां लग रही ने। इवें थोड़े दिन पहला साहिब श्री गुरु रामदास साहिब पातशाह सोडी सुल्तान का गुरगद्दी दिवस भी मनाया गया। गुरगद्दी तीसरे पातशाह ने बख्शी जेठा जी नूं ते उन्हां नूं धन गुरु रामदास पातशाह कहा जान लग पिया। रामदास सोडी तिलक दिया, गुर शब्द सच निशान जियो। साहिब श्री गुरु रामदास साहिब पातशाह दे मस्तक ते गुरियाई दा तिलक लगाया साहिब श्री गुरु अमरदास साहिब पातशाह ने। थोड़े दिन पहला खुशियां मनाइयां, सारे संसार ने गुरगद्दी दिवस दियां वधाइयां एक दूजे नूं दित्तियां। ते अज जिथे पूर्णमाशी दा धन गुरु नानक पातशाह दे अवतार धारण का दिन मनाउंदे हो हर महीने, उत्थे अज साहिब श्री गुरु अमरदास साहिब पातशाह सतगुरु जी का सचखंड प्याना करन दा दिन है। अज दे दिन ज्योति जोत समाए। निरंकार दे देश विच जाके
ਜੋਤ ਨਾਲ ਜੋਤ ਰਲ ਗਈ, ਨਿਰੰਕਾਰ ਦੇ ਦੇਸ ਵਿੱਚ ਜਾ ਕੇ। ਜੋਤ ਨਾਲ ਜੋਤ ਰਲ ਗਈ, ਨਿਰੰਕਾਰ ਦੇ ਦੇਸ ਵਿੱਚ ਜਾ ਕੇ। ਜੋਤ ਨਾਲ ਜੋਤ ਰਲ ਗਈ, ਨਿਰੰਕਾਰ ਦੇ ਦੇਸ ਵਿੱਚ ਜਾ ਕੇ। ਜੋਤ ਨਾਲ ਜੋਤ ਰਲ ਗਈ। ਸੰਗਤ ਜੋਤ ਨਾਲ ਜੋਤ ਰਲ ਗਈ, ਸੰਗਤ ਜੋਤ ਨਾਲ ਜੋਤ ਰਲ ਗਈ। ਸੰਗ ਤੇ ਜੋਤ ਨਾਲ ਜੋਤ ਰਲ ਗਈ, ਸੰਗ ਤੇ ਜੋਤ ਨਾਲ ਜੋਤ ਰਲ ਗਈ। ਸੰਗ ਤੇ ਜੋਤ ਨਾਲ ਜੋਤ ਰਲ ਗਈ, ਸੰਗ ਤੇ ਜੋਤ ਨਾਲ ਜੋਤ ਰਲ ਗਈ। ਸੰਗ ਤੇ ਜੋਤ ਨਾਲ ਜੋਤ ਰਲ ਗਈ, ਸੰਗ ਤੇ ਜੋਤ ਨਾਲ ਜੋਤ ਰਲ ਗਈ। ਨਿਰੰਕਾਰ ਦੇ ਦੇਸ ਵਿੱਚ ਜਾ ਕੇ, ਜੋਤ ਨਾਲ ਜੋਤ ਰਲ ਗਈ। ਨਿਰੰਕਾਰ ਦੇ ਦੇਸ ਵਿੱਚ ਜਾ ਕੇ, ਜੋਤ ਨਾਲ ਜੋਤ ਰਲ ਗਈ। ਨਿਰੰਕਾਰ ਦੇ ਦੇਸ ਵਿੱਚ ਜਾ ਕੇ, ਜੋਤ ਨਾਲ ਜੋਤ ਰਲ ਗਈ। ਨਿਰੰਕਾਰ ਦੇ ਦੇਸ ਵਿੱਚ ਜਾ ਕੇ, ਜੋਤ ਨਾਲ ਜੋਤ ਰਲ ਗਈ। ਇੱਕ ਦਿਨ ਦਾ ਜ਼ਿਕਰ। ਬੀਬੀ ਭਾਨੀ ਜੀ ਸਤਿਗੁਰੂ ਜੀ ਦੇ ਕਮਰੇ ਦੇ ਬਾਹਰ ਵਿਹੜੇ ਵਿੱਚ ਝਾੜੂ ਮਾਰ ਰਹੇ ਸਨ। ਸਤਿਗੁਰੂ ਜੀ ਬਾਹਰ ਆਏ ਨਿਤਨੇਮ ਚੋਂ। ਮੋਰੀ ਜੀ ਦੇ ਘਰੋਂ ਬੀਬੀ ਭਾਨੀ ਦੇ ਭਰਜਾਈ ਜੀ ਅਤੇ ਬੀਬੀ ਭਾਨੀ ਦੋਨੋਂ ਸੇਵਾ ਕਰ ਰਹੀਆਂ ਨੇ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਮਰੇ ਚੋਂ ਬਾਹਰ ਆਏ। ਬੀਬੀ ਭਾਨੀ ਜੀ ਨੇ ਤੇ ਮੋਰੀ ਜੀ ਦੇ ਧਰਮ ਪਤਨੀ ਨੇ ਦੋਨਾਂ ਨੇ ਮੱਥਾ ਟੇਕਿਆ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਧੋਏ ਧੋਏ ਪੀਵਾ। ਗੁਰੂ ਦੇ ਚਰਨ, ਗੁਰੂ ਦੇ ਚਰਨਾਂ ਦਾ ਬੜਾ ਹੀ ਵੱਡਾ ਮਹੱਤਵ ਹੈ। ਪ੍ਰਤੱਖ ਸਤਿਗੁਰੂ ਜੀ ਜਦੋਂ ਦੇਹ ਵਿੱਚ ਨੇ ਤੇ ਸਾਹਮਣੇ ਚਰਨ ਦਿਸਦੇ ਨੇ, ਤੇ ਨਹੀਂ ਦਿਸਦੇ ਜਦੋਂ, ਉਸ ਵੇਲੇ ਚਰਨਾਂ ਦਾ ਧਿਆਨ ਕਰੋ। ਧਿਆਨ ਭਾਈ ਗੋਂਦਾ ਜੀ ਨੇ ਕੀਤਾ, ਕਾਬਲ ਬੈਠਿਆ ਉਹਨਾਂ ਹੀ ਚਰਨਾਂ ਦਾ ਜਿਹੜੇ ਚਰਨ ਕੀਰਤਪੁਰ ਸਾਹਿਬ ਤੱਕ ਦੇ ਸਨ। ਤੇ ਉੱਥੇ ਉਹੀ ਚਰਨ ਉਹਨਾਂ ਨੂੰ ਮਹਿਸੂਸ ਹੋਏ। ਉਸੇ ਚਰਨਾਂ ਨੂੰ ਗਲਵੱਕੜੀ ਪਾ ਕੇ ਸਾਰਾ ਦਿਨ ਬੈਠੇ ਰਹੇ। ਬਾਤ ਭਾਵਨਾ ਦੀ। ਤੇ ਚਰਨ ਅੱਜ ਵੀ ਨਹੀਂ ਕਿਤੇ ਗਏ, ਅੱਜ ਵੀ ਕਿਤੇ ਨਹੀਂ ਗਏ ਚਰਨ ਸਤਸੰਗਿਓ। ਭਾਵਨਾ ਵਾਲਿਆਂ ਨੂੰ ਅੱਜ ਵੀ ਗੁਰੂ ਨਾਨਕ ਸਾਹਿਬ ਦੇ ਚਰਨ, ਕਲਗੀਧਰ ਪਿਤਾ ਦੇ ਚਰਨ ਅੱਜ ਵੀ ਪ੍ਰਾਪਤ ਹੁੰਦੇ ਨੇ। ਗੱਲ ਭਾਵਨਾ ਦੀ ਹੈ। ਤੇ ਚਰਨ ਗਿਆਨ ਦੀ ਦ੍ਰਿਸ਼ਟੀ ਵਿੱਚ ਸ਼ਬਦ ਨੂੰ ਵੀ ਚਰਨ ਕਿਹਾ ਹੈ। ਤੇ ਚਰਨ ਦਾ ਸ਼ਾਬਦਿਕ ਕੋਸ਼ਾਂ ਵਿੱਚ ਇੱਕ ਹੋਰ ਵੀ ਅਰਥ ਹੈ। ਚਰਨ ਕਹਿੰਦੇ ਨੇ ਪੜਾਓ ਨੂੰ। ਪੜਾ, ਜਿਵੇਂ ਬਿਲਡਿੰਗ ਬਣਨੀ ਹੈ ਨਾ,
ਤੇ ਆਪਾਂ ਸੰਗਤ ਨੂੰ ਸਮਝਾਵਾਂਗੇ ਵੀ ਪਹਿਲਾ ਚਰਨ ਹੈ ਪੌੜੀਆਂ ਬਣਨਗੀਆਂ, ਦੂਜਾ ਚਰਨ ਹੈ ਅਗਲੀ ਛੱਤ ਬਣੇਗੀ, ਤੀਜਾ ਚਰਨ ਗੁੰਮਜ ਬਣੇਗਾ। ਚਰਨ ਸਟੈਪ, ਚਰਨ ਦਾ ਮਤਲਬ ਸਟੈਪ। ਚਰਨ ਦਾ ਮਤਲਬ ਅਵਸਥਾ। ਜਦੋਂ ਸ਼ਬਦ ਵਿੱਚ ਲੀਨ ਅਵਸਥਾ ਹੋ ਜਾਏ ਉਹਨੂੰ ਵੀ ਚਰਨ ਕਹਿੰਦੇ ਨੇ। ਨਿਰਗੁਣ ਸਰੂਪ ਨੂੰ ਵੀ ਚਰਨ ਕਿਹਾ ਹੈ, ਤੇ ਗੁਰੂ ਦੇ ਬਚਨ ਨੂੰ ਵੀ ਚਰਨ ਕਿਹਾ ਹੈ, ਤੇ ਸ਼ਬਦ ਨੂੰ ਵੀ ਚਰਨ ਕਿਹਾ ਹੈ। ਪਰ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਸਿੱਧੇ ਹੀ ਚਰਨ ਫੜਾਏ ਨੇ ਕਿ ਹੇ ਗੁਰੂ ਨਾਨਕ ਪਾਤਸ਼ਾਹ, ਜਿਹੜੇ ਚਰਨ ਤੁਲਸਾ ਦਾਸੀ ਨੇ ਪਕੜੇ ਸੀ, ਮੇਰੇ ਤੇ ਉਹੀ ਕਿਰਪਾ ਕਰ। ਜਿਹੜੇ ਚਰਨ ਭਾਈ ਮਨ ਸੁਖ ਨੇ ਜਹਾਜ਼ ਡੋਲਦੇ ਚ ਫੜੇ ਸੀ, ਉਹ ਚਰਨ ਸਾਨੂੰ ਭਾਵਨਾ ਬਖਸ਼ੋ। ਜਿਹੜੇ ਚਰਨ ਭਾਈ ਗੋਂਦਾ ਜੀ ਨੇ ਫੜੇ, ਸਾਡੀ ਝੋਲੀ ਪਾ ਦਿਓ ਇਹ ਭਾਵਨਾ। ਗੁਰ ਕਾ ਦਰਸ਼ਨ ਬੀਬੀ ਭਾਨੀ ਜੀ ਮੋਰੀ ਜੀ ਦੇ ਘਰੋਂ ਦੋਨੋਂ ਬੀਬੀਆਂ ਚਰਨਾਂ ਤੇ ਮੱਥਾ ਟੇਕਦੀਆਂ ਨੇ। ਸਤਿਗੁਰ ਕੇ ਚਰਨ ਧੋਏ ਧੋਏ ਪੀਵਾ, ਗੁਰ ਨਾਨਕ ਜਪ ਜਪ ਸਦ ਜੀਵਾ। ਇਹ ਚਰਨ ਮੱਥਾ ਟੇਕਿਆ, ਹੱਥ ਜੋੜੇ ਉੱਠ ਕੇ ਖੜੀਆਂ ਹੋਈਆਂ। ਸਤਿਗੁਰੂ ਜੀ ਅੰਦਰੋਂ ਭਗਤੀ ਵਿੱਚੋਂ ਆਏ, ਨਿਜ ਸਰੂਪ ਚ ਲੀਨ ਸਨ ਅੰਦਰ, ਆਪਣੇ ਰੰਗ ਵਿੱਚ। ਉਹ ਤਾਂ ਹਰ ਵੇਲੇ ਲੀਨ ਨੇ। ਜਦੋਂ ਬਾਹਰ ਆਏ, ਬੀਬੀ ਭਾਨੀ ਜੀ ਨੂੰ ਸਵਾਲ ਕੀਤਾ, ਧੀਏ ਭਾਨੀਏ, ਇਹ ਬਚਨ ਇਵੇਂ ਹੀ ਇਤਿਹਾਸ ਵਿੱਚ ਲਿਖੇ ਨੇ। ਧੀਏ ਭਾਨੀਏ, ਜੇ ਰਾਮਦਾਸ ਚੜ੍ਹਾਈ ਕਰ ਜਾਵੇ ਤੇ ਤੂੰ ਕੀ ਕਰੇ? ਬੜਾ ਵੱਡਾ ਪਰਚਾ ਸੀ। ਪਿਤਾ ਆਪਣੀ ਪੁੱਤਰੀ ਨੂੰ ਸਵਾਲ ਕਰ ਰਿਹਾ ਹੈ, ਬਾਪ ਆਪਣੀ ਧੀ ਨੂੰ ਕਹਿ ਰਿਹਾ ਹੈ, ਤੇ ਆਪਣੇ ਜਵਾਈ ਬਾਰੇ ਕਹਿ ਰਿਹਾ ਹੈ। ਧੀਏ ਭਾਨੀਏ, ਜੇ ਰਾਮਦਾਸ ਚਲਾਣਾ ਕਰ ਜਾਏ, ਸਰੀਰ ਤਿਆਗ ਦੇਵੇ ਤੇ ਤੂੰ ਕੀ ਕਰੇ? ਬੀਬੀ ਭਾਨੀ ਜੀ ਜੋ ਰਜ਼ਾ ਦੀ ਮੂਰਤ, ਭਾਣੇ ਦੀ ਮੂਰਤ, ਦੋਨੋਂ ਹੱਥ ਜੋੜ ਦਿੱਤੇ, ਸਿਰ ਝੁਕਾ ਦਿੱਤਾ, ਤੇ ਕੁਝ ਮੁਖਾਰ ਬਿੰਦ ਚੋਂ ਵੀ ਨਿਕਲਿਆ ਜੋ ਬੜਾ ਧੀਮਾ ਸੀ। ਆਖਿਆ ਹੁਕਮ, ਹੁਕਮ, ਹੁਕਮ। ਸਤਸੰਗੀ ਜਨੋ, ਆ ਹੁਕਮ ਪੜ੍ਹਾਈ ਹੈ ਸਿੱਖੀ ਦੀ। ਇਹ ਹੁਕਮ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਜਦੋਂ ਆਪਾਂ ਸ਼ੁਰੂ ਕਰਦੇ ਹਾਂ, ਸਭ ਤੋਂ ਪਹਿਲਾ ਲੈਸਨ ਕੀ ਹੈ ਗੁਰਬਾਣੀ 'ਚ? ਹੁਕਮ ਰਜਾਈ ਚੱਲਣਾ। ਸਭ ਤੋਂ ਪਹਿਲਾ ਲੈਸਨ, ਸਭ ਤੋਂ ਪਹਿਲਾ ਉਪਦੇਸ਼। ਜਿਹੜੀਆਂ ਪਹਿਲੀਆਂ ਸਾਰੀਆਂ ਤੁਕਾਂ ਨੇ, ਏਕ ਓੰਕਾਰ ਹੈ, ਨਾਨਕ ਹੋਸੀ ਪੀ ਸੱਚ ਤੱਕ, ਇਹ ਪਰਿਪੂਰਨ ਪਾਰ ਬ੍ਰਹਮ ਦਾ ਸਰੂਪ ਲੱਖਣ ਹੈ। ਦੂਜੀਆਂ ਸੋਚੈ ਤੋਂ ਜਿਹੜੀਆਂ ਤੁਕਾਂ ਸ਼ੁਰੂ ਹੁੰਦੀਆਂ ਨੇ, ਇਹ ਜਵਾਬ ਨੇ ਉਸ ਸਮੇਂ ਦੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਸਮੇਂ ਅਪਣਾਏ ਜਾਂਦੇ ਸੀ ਸਾਧਨ ਰੱਬ ਨੂੰ ਮਿਲਣ ਦੇ, ਆਪਣੇ ਅੰਤਸ਼ਕਰਨ ਨੂੰ ਸ਼ੁੱਧ ਕਰਨ ਦੇ ਜਿਹੜੇ ਸਾਧਨ। ਕੋਈ ਪਵਿੱਤਰਤਾ ਮੰਨਦਾ ਸੀ, ਕੋਈ ਮੌਨ ਮੰਨਦਾ ਸੀ, ਕੋਈ ਭੁੱਖਿਆ ਰਹਿਣਾ ਮੰਨਦਾ ਸੀ, ਕੋਈ ਵੱਡੀਆਂ ਵੱਡੀਆਂ ਸਿਆਣਪਾਂ ਕਥਾਵਾਂ ਦੇ ਵਿੱਚ ਸਾਰਾ ਸਮਾਂ ਬੈਠ ਕੇ ਰੱਬ ਨੂੰ ਸੋਚਣਾ, ਅੰਤःਕਰਨ ਨੂੰ ਪਵਿੱਤਰ ਕਰਨਾ, ਵੇਦਾਂਤ ਆਦਿਕ ਵਗੈਰਾ ਦੀਆਂ। ਇਹ ਸਾਰੇ ਉਹਦੇ ਜਵਾਬ ਨੇ ਇਹਨਾਂ ਤੁਕਾਂ 'ਚ, ਵੀ ਇਹਨਾਂ ਨਾਲ ਗੱਲ ਨਹੀਂ ਬਣਨੀ। ਫਿਰ ਸਵਾਲ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਰ। ਕਿਵੇਂ ਫਿਰ ਇਹ ਸੱਚਾ ਹੋਵੇ ਅੰਤਸ਼ਕਰਨ,
ਕੂੜ ਦੀ ਦੀਵਾਰ ਟੁੱਟੇ ਤੇ ਹੁਕਮ ਪਹਿਲਾ ਕਿਹੜਾ? ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ ਮੰਨੇਗਾ ਤੇ ਤੈਨੂੰ ਰੱਬ ਦੀ ਪ੍ਰਾਪਤੀ ਹੋਵੇਗੀ। ਹੁਕਮ ਮੰਨੇਗਾ ਤੇਰੀ ਜੀਵਨ ਸੇਧ ਬਣੇਗੀ। ਹੁਕਮ ਮੰਨੇਗਾ ਤੇ ਸੱਚੇ ਮਹਿਲ ਵਿੱਚ ਪਹੁੰਚੇਗਾ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਈਸੀ। ਖਸਮੇ ਭਾਵੈ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ। ਤੇ ਤੀਸਰੇ ਪਾਤਸ਼ਾਹ ਨੇ ਆਪ ਇਸੇ ਹੁਕਮ ਚੋਂ ਪਾਇਆ। ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸੇਵਕ ਬਣੇ, ਜਾ ਕੇ ਹੁਕਮ ਮੰਨਿਆ। ਜੋ ਹੁਕਮ ਹੋਇਆ ਸਤ ਬਚਨ ਕਹਿ ਕੇ ਉਹ ਪੜ੍ਹਾਈ ਪੜ੍ਹੀ ਤੇ ਉਹ ਸਥਾਪਿਤ ਵੀ ਕੀਤਾ। ਇਹ ਗੁਰੂ ਨਾਨਕ ਦੀ ਯੂਨੀਵਰਸਿਟੀ ਆ ਜਿੱਥੇ ਬੈਠੇ ਹੋ, ਇਹ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਯੂਨੀਵਰਸਿਟੀ ਹੈ, ਕਾਲਜ ਹੈ, ਸਕੂਲ ਹੈ। ਤੇ ਇਸ ਸਕੂਲ ਦੀ ਪੜ੍ਹਾਈ ਐਗਜ਼ੈਂਪਲ ਸੈੱਟ ਕੀਤੀ ਉਹਨਾਂ ਨੇ। ਗੁਰੂ ਅੰਗਦ ਦੇਵ ਜੀ ਮਹਾਰਾਜ ਧੰਨ ਗੁਰੂ ਨਾਨਕ ਪਾਤਸ਼ਾਹ ਕੋਲ ਆਏ। ਸਤ ਬਚਨ ਦੀ ਪੜ੍ਹਾਈ ਹੈ ਕਿ ਗੁਰਸਿੱਖਾ ਇਸ ਸਕੂਲ ਵਿੱਚ ਸਤ ਬਚਨ ਦੀ ਪੜ੍ਹਾਈ ਹੈ। ਜਿੱਦਣ ਸਤ ਬਚਨ ਨਾ ਕਵੇਂਗਾ ਦੁਖੀ ਹੋਵੇਂਗਾ, ਰੋਵੇਂਗਾ, ਸੰਸ਼ਯ ਵਿੱਚ ਪਵੇਂਗਾ। ਤੇ ਜੇ ਸਤ ਬਚਨ ਕਹੇਗਾ ਸੁਖੀ ਹੈ, ਸ਼ਾਂਤ ਹੈ, ਆਨੰਦ ਚ ਪਹੁੰਚੇਗਾ। ਤੀਸਰੇ ਪਾਤਸ਼ਾਹ ਨੇ ਆਪ ਜਦੋਂ ਗੁਰੂ ਧਾਰਨ ਕੀਤਾ, ਦੂਸਰੇ ਪਾਤਸ਼ਾਹ ਨੂੰ ਸਤ ਬਚਨ ਦੀ ਪੜ੍ਹਾਈ ਪੜ੍ਹੀ। ਇਸ ਸਕੂਲ ਦੇ ਜੋ ਹੁਕਮ ਨੇ, ਜੋ ਲੈਸਨ ਨੇ, ਉਪਦੇਸ਼ ਨੇ, ਇਹ ਦ੍ਰਿੜ ਕਰਵਾਏ ਕਿ ਸਿੱਖਾ ਹੁਕਮ ਦੀ ਪੜ੍ਹਾਈ ਹੈ। ਹੁਣ ਬੀਬੀ ਜੀ ਨੂੰ ਕਿਹਾ, ਧੀਏ ਭਾਨੀਏ, ਜੇ ਰਾਮਦਾਸ ਤੇਰਾ ਪਤੀ ਚਲਾਣਾ ਕਰ ਜਾਏ ਤੂੰ ਕੀ ਕਰੇ? ਤੇ ਇੱਧਰ ਵੀ ਅੱਗੇ ਹੁਕਮ ਮੰਨਣ ਦੀ ਪੜ੍ਹਾਈ ਚੱਲ ਰਹੀ ਹੈ। ਇਹ ਆਪਣੇ ਆਪ ਨੂੰ ਇਕੱਲਾ ਧੀ ਨਹੀਂ ਮੰਨ ਰਹੀ ਕਿ ਮੈਂ ਧੀ ਆ, ਇਹ ਮੇਰੇ ਪਿਤਾ ਨੇ, ਇਹਨਾਂ ਨੇ ਮੈਨੂੰ ਕਿਉਂ ਕਹਿ ਦਿੱਤਾ ਹੈ? ਨਹੀਂ, ਬੀਬੀ ਭਾਨੀ ਸਤਿਗੁਰੂ ਸਰੂਪ, ਨਿਰੰਕਾਰ ਸਰੂਪ ਮੰਨਦੀ ਹੈ। ਤੇ ਆਪਣੇ ਆਪ ਨੂੰ ਧੀ ਨਾ ਮੰਨ ਕੇ ਸੋਚਦੀ ਹੈ ਮੈਂ ਇੱਕ ਸੇਵਕ ਹਾਂ, ਮੈਂ ਗੁਰੂ ਦੀ ਸੇਵਕ ਹਾਂ, ਮੈਂ ਸਟੂਡੈਂਟ ਹਾਂ, ਮੈਂ ਸਿੱਖ ਹਾਂ, ਮੈਂ ਪੜ੍ਹਾਈ ਕਰ ਰਹੀ ਹਾਂ। ਇਹ ਪੜ੍ਹਾਈ ਕਰਕੇ ਪਹੁੰਚਣਾ ਕਿੱਥੇ? ਰੱਬ ਵਿੱਚ, ਰੱਬ ਵਿੱਚ ਪਹੁੰਚਣਾ। ਉਹ ਇਹ ਸੋਚਦੀ ਮੈਂ ਪੜ੍ਹਾਈ ਕਰ ਰਹੀ ਹਾਂ, ਇਹ ਨਹੀਂ ਸੋਚਿਆ ਮੈਂ ਧੀ ਹਾਂ। ਹੈ ਧੀ ਹੈ। ਧੀਏ ਭਾਨੀਏ, ਜੇ ਤੇਰਾ ਪਤੀ ਚਲਾਣਾ ਕਰ ਜਾਏ ਤੂੰ ਕੀ ਕਰੇ? ਇੱਕ ਸਟੂਡੈਂਟ ਨੂੰ ਇੱਕ ਬਹੁਤ ਵੱਡੇ ਪ੍ਰੋਫੈਸਰ ਦਾ ਸਵਾਲ ਹੈ, ਇੱਕ ਸਤਿਗੁਰੂ ਦਾ ਸਵਾਲ ਹੈ ਸਿੱਖ ਵਾਸਤੇ। ਉਹਦੀ ਪੜ੍ਹਾਈ ਹੈ। ਹੱਥ ਜੋੜੇ, ਸਿਰ ਝੁਕਾਇਆ ਤੇ ਮੂੰਹੋਂ ਕੁਝ ਨਿਕਲਿਆ ਕਿ ਹੁਕਮ, ਤੇਰਾ ਹੁਕਮ। ਭਾਵ ਸੀ ਕਿ ਮੈਂ ਹੁਕਮ ਮੰਨਾਂ, ਮੈਂ ਹੁਕਮ ਵਿੱਚ ਹਾਂ। ਜੇ ਇਹ ਭਾਣਾ ਹੈ ਤੇ ਮੈਂ ਹੁਕਮ ਮੰਨਾਂ। ਤੀਸਰੇ ਪਾਤਸ਼ਾਹ ਨੇ ਗੱਲ ਵੱਖੜੀ ਵਿੱਚ ਲੈ ਲਿਆ। ਬੀਬੀ ਭਾਨੀ ਨੂੰ ਗੱਲ ਵੱਖੜੀ ਵਿੱਚ ਲੈ ਕੇ ਕਹਿਣ ਲੱਗੇ, ਧੀਏ ਤੇਰੇ ਇਸ ਭਾਣਾ ਮੰਨਣ ਦੇ ਸੁਭਾਅ ਨੇ ਮੇਰਾ ਦਿਲ ਜਿੱਤ ਲਿਆ। ਆ ਜਿਸ ਦਿਨ ਗੁਰੂ ਦਾ ਦਿਲ ਜਿੱਤ ਲਵੇ ਕੋਈ, ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਸੇਵਾ ਕਰਦੇ ਨੇ ਤੇ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਦਾ ਦਿਲ ਜਿੱਤ ਲੈਂਦੇ ਨੇ। ਦਿਨ ਵੇਲੇ ਕਵੀ ਨੂੰ ਕਹਿੰਦੇ ਨੇ, ਕਵੀ ਮਧੂਸੂਦਨ ਸਿੰਘ ਦਿੱਲੀ ਵਾਲੇ, ਬਾਬਾ ਆਨੰਦ ਸਿੰਘ ਜੀ, ਕਵੀ ਜੀ ਭਈ ਆਹ ਮੁੰਡਾ ਤਾਂ ਸਾਡੇ ਦਿਲ ਦੀਆਂ ਵੀ ਸਮਝਣ ਲੱਗ ਪਿਆ। ਅੱਜ ਅੰਮ੍ਰਿਤ ਵੇਲੇ ਭਜਨ ਵਿੱਚ ਸਾਨੂੰ ਜਲਨ ਹੋਈ, ਸਾਡਾ ਦਿਲ ਕੀਤਾ ਸਾਨੂੰ ਲੱਸੀ ਮਿਲ ਜਾਏ। ਅੰਮ੍ਰਿਤ ਵੇਲੇ 4 ਵਜੇ ਸਾਡੇ ਕੋਲ ਅੰਦਰ ਲੱਸੀ ਲੈ ਕੇ ਪਹੁੰਚ ਗਿਆ। ਅਸੀਂ ਭਜਨ ਵਿੱਚ ਬੈਠੇ ਹਾਂ, ਸੋਚਿਆ ਸਾਨੂੰ ਲੱਸੀ ਮਿਲੇ, ਇਹ ਲੱਸੀ ਲੈ ਕੇ ਪਹੁੰਚ ਗਿਆ।
ਅਸੀਂ ਕਿਹਾ ਈਸ਼ਰ ਕਿਵੇਂ ਆਇਆ? ਮਹਾਰਾਜ ਲੱਸੀ ਲੈ ਕੇ ਆਇਆ। ਦਾਸ ਦਾ ਫੁਰਨਾ ਬਣਿਆ ਕਿ ਆਪ ਜੀ ਨੂੰ ਪਿਆਸ ਲੱਗੀ ਹੈ, ਆਪ ਜੀ ਨੂੰ ਲੱਸੀ ਚਾਹੀਦੀ ਹੈ। ਕਦੇ ਨਾ ਪੀਤੀ ਅੰਮ੍ਰਿਤ ਵੇਲੇ ਲੱਸੀ। ਉਸ ਦਿਨ ਫੁਰਨਾ ਬਣਿਆ ਤੇ ਸੇਵਕ ਬਾਹਰ ਉਸ ਫੁਰਨੇ ਨੂੰ ਫੜ ਰਿਹਾ। ਐਵੇਂ ਗੁਰੂ ਦਾ ਦਿਲ ਜਿੱਤਦਾ ਕੋਈ। ਧੀਏ ਭਾਨੀਏ ਤੂੰ ਮੇਰਾ ਦਿਲ ਜਿੱਤ ਲਿਆ। ਤੇ ਅਗਲਾ ਬਚਨ ਧਿਆਨ ਦਿਓ, ਇਹੀ ਸੀ ਕਿ ਬੇਟੀ ਭਾਣਾ ਤਾਂ ਐਵੇਂ ਹੀ ਵਰਤਣਾ ਸੀ, ਅਸੀਂ ਐਵੇਂ ਨਹੀਂ ਕੋਈ ਕਿਹਾ। ਅੱਜ ਬੰਦਗੀ ਭਜਨ ਵਿੱਚ ਬੈਠੇ ਹਾਂ, ਸਾਨੂੰ ਸਾਰਾ ਦ੍ਰਿਸ਼ ਆਇਆ ਸਾਹਮਣੇ ਕਿ ਸਾਡੀ ਧੀ ਭਾਨੀ ਦੇ ਘਰੋਂ ਰਾਮਦਾਸ ਹੈ, ਉਹਨੇ ਚਲਾਣਾ ਕਰ ਜਾਣਾ। ਦ੍ਰਿਸ਼ ਦਿਸਿਆ, ਐਵੇਂ ਨਹੀਂ ਸਵਾਲ ਕੀਤਾ। ਇਹ ਵਰਤਣਾ ਐਵੇਂ ਸੀ, ਪਰ ਧੀਏ ਹੁਣ ਨਹੀਂ ਵਰਤੇਗਾ, ਹੁਣ ਨਹੀਂ ਵਰਤੇਗਾ। ਹੁਣ ਰਾਮਦਾਸ ਨਹੀਂ ਜਾਵੇਗਾ, ਹੁਣ ਮੈਂ ਜਾਵਾਂਗਾ ਉਸ ਦੀ ਜਗ੍ਹਾ, ਕਿਉਂਕਿ ਤੂੰ ਮੇਰਾ ਦਿਲ ਜਿੱਤ ਲਿਆ। ਇਤਿਹਾਸ ਕਹਿੰਦਾ ਹੈ ਕਿ 13 ਦਿਨ ਘੱਟ 7 ਸਾਲ ਦੀ ਆਯੂ ਮਹਾਰਾਜ ਨੇ ਆਪਣੀ ਦਿੱਤੀ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ 6 ਸਾਲ 11 ਮਹੀਨੇ ਤੇ 17 ਦਿਨ, 13 ਦਿਨ ਘੱਟ 7 ਸਾਲ ਆਪਣੀ ਉਮਰ ਦੇ ਕੇ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਦਾ ਤਿਲਕ ਦੇ ਕੇ ਗੁਰਗੱਦੀ ਵੀ ਦੇ ਦਿੱਤੀ, ਆਪਣੀ ਉਮਰ ਵੀ ਦੇ ਦਿੱਤੀ। ਤੇ ਆਪ ਅੱਜ ਦੇ ਦਿਨ ਸੱਚਖੰਡ ਚਲੇ ਗਏ। ਅੱਜ ਉਹ ਦਿਨ ਹੈ ਜਦੋਂ ਤੀਸਰੇ ਪਾਤਸ਼ਾਹ ਸੱਚਖੰਡ ਗਏ। ਦਾਤਾਂ ਦੇਖ ਕੇ ਸੋਢੀ ਸੁਲਤਾਨ ਸਤਿਗੁਰੂ ਨੂੰ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਾ ਗਾਵੇ, ਰਾਮਦਾਸ ਸਤਿਗੁਰੂ ਕਾ ਗਾਵੇ, ਰਾਮਦਾਸ ਸਤਿਗੁਰੂ ਕਹਾਵੇ। ਹੁਣ ਸਤਿਗੁਰੂ ਗੁਰੂ ਰਾਮਦਾਸ ਜੀ ਅਖਵਾ ਰਹੇ ਨੇ। ਇਹ ਦਾਤਾਂ ਦੇ ਕੇ ਆਪ ਸੱਚਖੰਡ ਪਿਆਨਾ ਕਰ ਗਏ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਅੱਜ ਦੇ ਦਿਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੋਤੀ ਜੋਤ ਸਮਾਏ। ਤੇ ਤੁਸਾਂ ਸਰਵਣ ਕੀਤਾ ਹੀ ਹੈ। ਉਹ ਦਾਤਾਂ ਲਈਆਂ ਕਿਵੇਂ? ਉਹ 7 ਬਚਨ ਕਹਿ ਕੇ। ਉਹ ਦਾਤਾਂ ਲਈਆਂ ਕਿਵੇਂ? ਹੁਕਮ ਵਿੱਚ ਚੱਲ ਕੇ। ਹੁਣ ਤਾਂ ਅੰਮ੍ਰਿਤ ਨਿਭਾਉਣਾ ਔਖਾ ਹੋ ਰਿਹਾ ਕਿ ਆਹ ਕਕਾਰ ਜੇ ਨਾ ਗੁਰੂ ਜੀ ਕਹਿੰਦੇ ਤਾਂ ਠੀਕ ਸੀ। ਸਾਡਾ ਮਨ ਤਾਂ ਇੱਥੋਂ ਤੱਕ ਹੁਜਤਾਂ ਕਰਦਾ। ਇੱਕ ਅਫਸਰ ਹੁੰਦਾ ਸੀ ਬੜਾ ਵੱਡਾ, ਉਹ ਅਕਸਰ ਕਿਹਾ ਕਰੇ, ਕਹਿੰਦਾ ਚੱਲ ਕੰਘਾ ਵੀ ਠੀਕ ਹੈ ਕਿ ਸਾਫ ਲਈ। ਹੁਣ ਤਾਂ ਕੰਘੀਆਂ ਬੜੀਆਂ ਸੋਹਣੀਆਂ ਆਉਂਦੀਆਂ ਨੇ, ਪਰ ਠੀਕ ਹੈ ਚਲੋ ਫਿਰ ਵੀ ਕੰਘਾ ਸਫਾਈ ਲਈ ਮੰਨ ਲਿਆ। ਕੜਾ ਵੀ ਚਲੋ ਕਹਿੰਦਾ ਹੋਰ ਕੁਛ ਨਾ ਪਹਿਨਿਆ, ਕੜਾ ਪਾ ਲਿਆ, ਚਲੋ ਠੀਕ ਹੈ, ਇਹ ਵੀ ਠੀਕ। ਕਸ਼ਹਿਰਾ ਵੀ ਆਪਾਂ ਪਾਉਨੇ ਹੀ, ਹੋਰ ਤਰ੍ਹਾਂ ਦਾ ਪਾਉਨੇ, ਚਲੋ ਇਵੇਂ ਦਾ ਪਾ ਲਿਆ। ਚਲੋ ਕੇਸ ਹੈਗਾ ਹੀ ਹੈ, ਇਹ ਵੀ ਠੀਕ ਹੈ। ਕਹਿੰਦਾ ਹੁਣ ਕਿਰਪਾਨ ਦਾ ਕੋਈ ਅਰਥ ਨਹੀਂ ਹੈ। ਉਹ ਕਹਿ ਰਿਹਾ ਵੀ ਕਿਰਪਾਨ ਦਾ ਹੁਣ ਕੋਈ ਅਰਥ ਨਹੀਂ। ਤੋ ਮੈਂ ਅੱਗੋਂ ਕਿਹਾ ਵੀ ਭਾਈ ਇਹ ਤੇਰਾ ਮਨ ਹੁਜਤਾਂ ਕਰਦਾ ਹੈ। ਕਿਰਪਾਨ ਦਾ ਤਾਂ ਅਰਥ ਜੋ ਕਲਗੀਆਂ ਵਾਲੇ ਨੇ ਰਹਿਤ ਕਕਾਰਾਂ ਦੀ ਰਹਿਤ ਦੇਣ ਵੇਲੇ ਜੋ ਇਹਦਾ ਅਰਥ ਉਹਨਾਂ ਨੇ ਰੱਖਿਆ, ਜਾਂ ਗੁਰੂ ਦਾ ਹੁਕਮ ਹੈ,
ਇਹਦੇ ਵਿੱਚ ਜੋ ਅਰਥ ਨੇ ਉਹ ਤਾਂ ਸਦਾ ਹੀ ਰਹਿਣਗੇ, ਪਰ ਤੇਰਾ ਸਿੱਖ ਕਹਾਉਣ ਦਾ ਕੋਈ ਅਰਥ ਨਹੀਂ। ਮੈਂ ਇੰਨੀ ਗੱਲ ਕਹਿ ਸਕਦਾ, ਜਿਹੜਾ ਬੰਦਾ ਗੁਰੂ ਦੇ ਦਿੱਤੇ ਹੋਏ ਕਕਾਰਾਂ ਤੇ ਕਿੰਤੂ ਕਰਦਾ, ਉਹਨੂੰ ਉਹਦੇ ਸਿੱਖ ਹੋਣ ਦਾ ਹੀ ਅਰਥ ਨਹੀਂ। ਉਹਦੇ ਸਿੱਖ ਹੋਣ ਦਾ ਕੀ ਅਰਥ ਹੈ ਬਈ? ਸਿੱਖ ਹੋਣ ਦਾ ਅਰਥ ਹੈ ਸਿੱਖਿਆ ਲੈਣੀ, ਸਤ ਬਚਨ ਕਹਿਣਾ। ਤੋ ਬਈ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਾਇਆ ਜਾ ਰਿਹਾ ਹੈ। ਹਰ ਪੂਰਨਮਾਸ਼ੀ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ ਹੈ। ਆਮ ਦਿਨਾਂ 'ਚ ਵੀ ਕੋਈ ਗੁਰਸਿੱਖ ਆ ਜਾਣ ਅੰਮ੍ਰਿਤ ਛਕਣ, ਉਹਨਾਂ ਨੂੰ ਵਾਪਸ ਨਹੀਂ ਭੇਜਿਆ ਜਾਂਦਾ, ਛਕਾਇਆ ਜਾਂਦਾ। 28 ਤਰੀਕ 28 ਅਗਸਤ ਨੂੰ ਵੀ ਕੁਝ ਸੱਜਣ ਆ ਗਏ, ਕੁਦਰਤੀ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੀ ਬਰਸੀ ਸੀ 28 ਅਗਸਤ ਦੀ, ਤੇ 8 ਪ੍ਰਾਣੀਆਂ ਨੇ ਉਦਣ ਵੀ ਅੰਮ੍ਰਿਤਪਾਨ ਕੀਤਾ। ਤੋ ਇਹ ਸਤਿਗੁਰੂ ਕਲਗੀਧਰ ਪਿਤਾ ਦਸ਼ਮੇਸ਼ ਪਿਤਾ ਆਪ ਸੇਵਾ ਲੈ ਰਹੇ ਨੇ। ਮੇਰਾ ਨੇ ਬਈ ਸਭ ਸੰਗਤ ਦਾਸ ਦਾ ਫੁਰਨਾ ਹੈ। ਪਹਿਲੇ ਜਦੋਂ ਉਧਰ ਪੂਰਨਮਾਸ਼ੀ ਛੋਟੇ ਹਾਲ 'ਚ ਹੁੰਦੀ ਸੀ, ਉਦੋਂ ਦਰਗਾਹੀ ਪ੍ਰਸ਼ਾਦ ਵੰਡਿਆ ਜਾਂਦਾ ਸੀ। ਉਸ ਤੋਂ ਬਾਅਦ ਢਿੱਲ ਪਈ, ਪਰ ਹੁਣ ਫਿਰ ਕਾਇਮ ਹੋ ਜਾਓ, ਕਿਉਂਕਿ ਘੋਰ ਕਲਯੁਗ ਦਾ ਸਮਾਂ। ਨਾਮ ਜਪਣਾ ਤੇ ਨਾਮ ਢੰਗ ਨਾਲ ਹੀ ਜਪਿਆ ਜਾਣਾ, ਜੁਗਤ ਨਾਲ ਜਪਿਆ ਜਾਣਾ। ਜਿੰਨੀ ਵੀ ਸੰਗਤ ਆਉਂਦੇ ਹੋ ਦਰਗਾਹੀ ਪ੍ਰਸਾਦ ਜ਼ਰੂਰ ਲੈ ਕੇ ਜਾਇਆ ਕਰੋ। ਦਰਗਾਹੀ ਪ੍ਰਸਾਦ ਕੀ ਹੈ? 1 ਮਹੀਨੇ ਵਿੱਚ ਸਹਿਜ ਪਾਠ ਕਰਨਾ। ਜੇ ਇਹ ਨਹੀਂ ਕਰ ਸਕਦੇ ਤੇ 50 ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਮਹੀਨੇ ਵਿੱਚ ਕਰਨੇ। ਜੇ ਇਹ ਨਹੀਂ ਕਰ ਸਕਦੇ ਤੇ 250 ਪਾਠ ਜਪਜੀ ਸਾਹਿਬ ਦਾ ਮਹੀਨੇ ਵਿੱਚ ਕਰਨਾ। ਜੇ ਜਪਜੀ ਸਾਹਿਬ ਦਾ ਪਾਠ ਨਹੀਂ ਪੜ੍ਹੇ ਤੇ ਮੂਲ ਮੰਤਰ ਦੀ ਆ 108 ਮਣਕੇ ਦੀ ਮਾਲਾ ਹੁੰਦੀ ਹੈ, 6 ਮਾਲਾ ਰੋਜ਼ ਕਰਨੀਆਂ। ਇੱਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ, ਤੇ 6 ਮਾਲਾ ਰੋਜ਼। ਜੇ ਵਾਹਿਗੁਰੂ ਸ਼ਬਦ ਦਾ ਆਰਾਧਨ ਦਾ ਅਭਿਆਸ ਜ਼ਿਆਦਾ ਹੋਵੇ ਤੇ ਵਾਹਿਗੁਰੂ ਸ਼ਬਦ ਦੀਆਂ 80 ਮਾਲਾ ਰੋਜ਼। ਇਹ ਦਰਗਾਹੀ ਪ੍ਰਸਾਦ ਹੈ। ਕੋਈ ਹਿੰਦੂ ਵੀਰ ਹੈ, ਉਹ ਰਾਮ ਰਾਮ ਦੀਆਂ 160 ਮਾਲਾ। ਕੋਈ ਮੁਸਲਮਾਨ ਭਰਾ ਹੈ, ਉਹ ਅੱਲਾ ਅੱਲਾ ਦੀਆਂ 160 ਮਾਲਾ। ਵੱਡੇ ਬਾਬਾ ਜੀ ਦੇ ਸਮੇਂ ਸਾਰੇ ਆਉਂਦੇ ਸੀ ਦਰਗਾਹੀ ਪ੍ਰਸ਼ਾਦ, ਮੁਸਲਮਾਨ ਵੀ ਲੈਂਦੇ ਸੀ ਆ ਕੇ। ਪਾਕਿਸਤਾਨ ਜਦੋਂ ਬਣ ਗਿਆ, ਉੱਧਰੋਂ ਵੀ ਚਿੱਠੀਆਂ ਆਉਂਦੀਆਂ ਰਹੀਆਂ ਪੁੰਨਿਆਂ ਵਾਲੇ ਦਿਨਾਂ 'ਚ। ਤੋ ਇਹ ਦਰਗਾਹੀ ਪ੍ਰਸ਼ਾਦ ਹੈ। ਅੱਜ ਤਾਂ ਇੰਨੀ ਜਲਦੀ ਰਜਿਸਟਰ ਨਹੀਂ ਲੱਗ ਸਕਦਾ ਕਿ ਬਾਹਰ ਲੈ ਕੇ ਕੋਈ ਬੈਠਾ ਹੋਵੇ ਤੇ ਲਿਖਾ ਕੇ ਜਾਓ, ਪਰ ਅੱਜ ਦਿਲ ਤੇ ਹੀ ਲਿਖ ਲਿਓ, ਦਿਲ ਤੇ ਲਿਖ ਜਾਇਓ ਕਿ ਆਉਂਦੀ ਪੂਰਨਮਾਸ਼ੀ ਤੱਕ ਇਸ ਨਿਤਨੇਮ 'ਚੋਂ ਕਿਹੜਾ ਨਿਤਨੇਮ ਕਰਕੇ ਆਓਗੇ। ਦਰਗਾਹੀ ਪ੍ਰਸਾਦ ਜਿਹੜਾ ਵੀ ਮਨ ਬਣਾ ਕੇ ਚਲੇ ਜਾਓ, ਉਹ ਕਰਕੇ ਆਉਣਾ, ਤੇ ਅਗਲੀ ਵਾਰ ਤੋਂ ਫਿਰ ਰਜਿਸਟਰ ਲੱਗ ਜਾਏਗਾ। ਤੇ ਹਰ ਪੂਰਨਮਾਸ਼ੀ ਦੀ ਅਰਦਾਸ ਵਿੱਚ ਉਹ ਜਿਹੜਾ ਨਿਤਨੇਮ ਕਰਕੇ ਆਏ ਹੋਵੋਗੇ, ਉਹ ਅਰਦਾਸ ਹੋਵੇਗੀ ਤੁਹਾਡੇ। ਗੁਰੂ ਮਹਾਰਾਜ ਕਿਰਪਾ ਕਰਨ, ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣ, ਕਾਰੋਬਾਰਾਂ ਵਿੱਚ ਵਾਧੇ ਬਖਸ਼ਣ, ਘਰਾਂ ਵਿੱਚ ਸੁੱਖ ਸ਼ਾਂਤੀ ਆਨੰਦ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਣ। ਇਸ ਵੇਲੇ ਛੋਟੇ ਹਾਲ ਵਿੱਚ 25 ਪ੍ਰਾਣੀ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰ ਰਹੇ ਹਨ। ਅੰਮ੍ਰਿਤ ਛਕਾਇਆ ਜਾ ਰਿਹਾ ਹੈ। ਕੋਈ ਹੋਰ ਵੀ ਗੁਰਸਿੱਖ ਅਭਿਲਾਸ਼ੀ ਹੋਵੇ ਤਾਂ ਜਾ ਕੇ ਅੰਮ੍ਰਿਤ ਛਕ ਸਕਦਾ ਹੈ। ਤੋ ਬਹੁਤ ਕਿਰਪਾ ਕੀਤੀ ਮਹਾਂਪੁਰਸ਼ਾਂ ਨੇ। ਪਰਮ ਸਤਿਕਾਰਯੋਗ
ਸੰਤ ਬਾਬਾ ਅਰਜਨ ਸਿੰਘ ਜੀ ਕੌਲੀ ਵਾਲੇ ਮਹਾਂਪੁਰਸ਼, ਜੋ ਰਾਜਪੁਰੇ ਪਟਿਆਲੇ ਰੋਡ ਤੇ ਮਹਾਂਪੁਰਸ਼ਾਂ ਦਾ ਸਥਾਨ ਹੈ, ਇਹਨਾਂ ਦੇ ਵੱਡੇ ਗੁਰਦੇਵ ਬਾਬਾ ਸੱਚਖੰਡ ਵਾਸੀ ਸੰਤ ਬਾਬਾ ਹਰਭਜਨ ਦਾਸ ਜੀ। ਦਾਸ ਨਾਲ ਉਹਨਾਂ ਦਾ ਬਹੁਤ ਪਿਆਰ ਸੀ, ਬਹੁਤ ਪਿਆਰ ਸੀ। ਇਹ ਛੋਟੇ ਜਿਹੇ ਹੁੰਦੇ ਸਨ ਉਦੋਂ, ਤੇ ਇਹਨਾਂ ਦਾ ਨਾਮ ਪਹਿਲਾ ਸੀ ਸੰਤ ਦੇਵਦਾਸ, ਕਿਉਂਕਿ ਇਹ ਉਦਾਸੀ ਸੰਪਰਦਾਇ ਚੋਂ ਨੇ, ਬਾਬਾ ਸ਼੍ਰੀ ਚੰਦ ਜੀ ਨੂੰ ਮੰਨਦੇ ਨੇ। ਇਹਨਾਂ ਦੇ ਗੁਰਦੇਵ ਬਾਬਾ ਹਰਭਜਨ ਦਾਸ ਜੀ, ਜਿਨ੍ਹਾਂ ਦਾ ਦਾਸ ਨਾਲ ਬਹੁਤ ਸਨੇਹ ਸੀ। ਇਹ ਛੋਟੇ ਹੁੰਦੇ ਸਨ ਤੇ ਇਹਨਾਂ ਦੀ ਬਾਂਹ ਬਾਬਾ ਹਰਭਜਨ ਦਾਸ ਜੀ ਨੇ ਆਪਣੇ ਕੱਖਾਂ ਦੇ ਝੌਂਪੜੇ ਵਿੱਚ ਬੈਠਿਆ ਹੋਇਆ ਦਾਸ ਨੂੰ ਇਹਨਾਂ ਦੀ ਬਾਂਹ ਫੜਾਈ। ਮੈਂ ਕਿਹਾ ਵੀ ਮੈਂ ਇੰਨੀ ਯੋਗਤਾ ਤਾਂ ਹੈ ਨਹੀਂ, ਪਰ ਜੇ ਦਾਸ ਦਾ ਜਦੋਂ ਤੱਕ ਸਰੀਰ ਰਹੇਗਾ ਅਸੀਂ ਬਾਬਾ ਦੇਵਦਾਸ ਜੀ ਨਾਲ ਪੂਰਾ ਨਿਭਾਂਗੇ। ਫਿਰ ਅੱਗੇ ਕਿਰਪਾ ਹੋਈ, ਇਹਨਾਂ ਮਹਾਂਪੁਰਸ਼ਾਂ ਨੇ ਬਾਬਾ ਹਰਭਜਨ ਦਾਸ ਜੀ ਸੱਚਖੰਡ ਚਲੇ ਗਏ। ਉਦੋਂ ਕੁਝ ਸਮਾਂ ਬਾਅਦ ਇਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਆਪਣੇ ਆਪ ਨੂੰ ਗੁਰਸਿੱਖੀ ਵਿੱਚ ਮਿਲਾ ਲਿਆ। ਫਿਰ ਪੰਜ ਪਿਆਰਿਆਂ ਨੇ ਇਹਨਾਂ ਦਾ ਨਾਮ ਸੰਤ ਦੇਵਦਾਸ ਜੀ ਤੋਂ ਸੰਤ ਬਾਬਾ ਅਰਜਨ ਸਿੰਘ ਜੀ ਕਰ ਦਿੱਤਾ। ਹੁਣ ਇਹਨਾਂ ਦਾ ਨਾਮ ਤੋਂ ਜੀ ਆਇਆਂ ਨੂੰ ਉੱਥੇ ਮਹਾਂਪੁਰਸ਼ਾਂ ਦੀ ਯਾਦ ਮਨਾਉਂਦੇ ਨੇ। ਡੇਰਾ ਹੈ ਰੱਬ ਜੀ ਦਾ ਕੌਲੀ ਪਿੰਡ ਵਿੱਚ ਬਾਹਰਲੇ ਪਾਸੇ, ਰੱਬ ਜੀ ਦੀ ਯਾਦ ਮਨਾਉਂਦੇ ਨੇ, ਬਾਬਾ ਹਰਭਜਨ ਦਾਸ ਜੀ ਦੀ ਯਾਦ ਮਨਾਉਂਦੇ ਨੇ। ਉਸ ਲਈ ਆਖਣ ਵਾਸਤੇ ਆਏ ਸੀ 25 ਤਰੀਕ ਲਈ, ਤੇ ਦਾਸ ਇੱਧਰ ਨੂੰ ਆ ਰਿਹਾ ਸੀ, ਉਦੋਂ ਹੀ ਪਹੁੰਚੇ। ਮੈਂ ਕਿਹਾ ਚਲੋ ਫਿਰ ਹੁਣ ਸੰਗਤ ਵਿੱਚ ਹੀ ਕੁਝ ਬਚਨ ਵੀ ਸੁਣਾ ਦਿਓ। ਦੇਖੋ ਪਿਆਰ ਦੀ ਗੱਲ ਹੈ, ਉਹਨਾਂ ਨੇ ਕਿੰਨੇ ਪਿਆਰੇ ਬਚਨ ਸੁਣਾਏ, ਕਿੰਨੀ ਨਿਮਰਤਾ ਵਾਲੇ ਬਚਨ। ਤੋ ਇਸ ਵੇਲੇ ਅਸਥਾਨ ਵੱਲੋਂ ਸੰਤ ਸਰਬਜੀਤ ਸਿੰਘ ਜੀ, ਬਾਬਾ ਸਰਸਾ ਜੀ, ਸੰਤ ਬਾਬਾ ਗੇਜਾ ਸਿੰਘ ਜੀ ਮਹਾਂਪੁਰਸ਼ਾਂ ਦਾ ਸਨਮਾਨ ਕਰ ਰਹੇ ਨੇ ਸਿਰੋਪਾਵ ਰੂਪ ਵਿੱਚ। ਇਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਹੈ, ਪਰ ਸਾਡੇ ਵੱਲੋਂ ਸਨਮਾਨ ਹੈ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਤੋ ਬਹੁਤ ਕਿਰਪਾ ਸਤਸੰਗੀ ਜਨੋ, ਤੁਹਾਡਾ ਕਦਮ ਕਦਮ ਲਿਖਿਆ। ਬਾਬਾ ਆਨੰਦ ਸਿੰਘ ਜੀ ਮਹਾਰਾਜ ਦਾ ਬਚਨ ਸੀ, ਜਦੋਂ ਘਰੋਂ ਚੱਲਦੇ ਹੋ ਤੁਹਾਡਾ ਕਦਮ ਕਦਮ ਲਿਖਣਾ ਸ਼ੁਰੂ ਹੋ ਜਾਂਦਾ ਸੱਚਖੰਡ ਵਿੱਚ, ਗੁਰੂ ਨਾਨਕ ਪਾਤਸ਼ਾਹ ਦੇ ਰਜਿਸਟਰ ਵਿੱਚ ਤੁਹਾਡਾ ਇੱਕ ਇੱਕ ਕਦਮ ਲਿਖਿਆ ਜਾਂਦਾ ਹੈ, ਹਾਜ਼ਰੀ ਲੱਗਦੀ ਹੈ। ਤੇ ਜਿਹੜੇ ਹੋਰ ਫਿਰ ਸੇਵਾਵਾਂ ਵੀ ਲੈ ਕੇ ਆਉਂਦੇ ਨੇ, ਲੰਗਰ ਪਕਾ ਕੇ ਸਿਰਾਂ ਤੇ ਚੁੱਕ ਚੁੱਕ ਕੇ ਲਿਆਉਂਦੇ ਨੇ, ਆਪ ਲੈ ਕੇ ਆਉਂਦੇ ਨੇ ਗੱਡੀਆਂ 'ਚ ਰੱਖ ਕੇ। ਵੀ ਭਾਗਾਂ ਵਾਲੇ ਨੇ ਉਹ ਗੁਰਸਿੱਖ। ਬਹੁਤ ਬਹੁਤ ਧੰਨਵਾਦ ਹੈ ਸਭ ਸੰਗਤ ਦਾ। ਜੀ ਆਇਆਂ ਨੂੰ ਨਾਮ ਜਪਿਆ ਕਰੋ, ਨਾਗਾ ਨਾ ਪਾਇਆ ਕਰੋ, ਤੇ ਜਿਹੜੇ ਨਹੀਂ ਜਪਦੇ ਉਹ ਜਪਣ ਲੱਗ ਜਾਓ। ਜਿਹੜੇ ਵਿੱਚ ਵਿੱਚ ਨਾਗਾ ਪਾਉਂਦੇ ਨੇ ਉਹ ਨਾਗਾ ਪਾਉਣਾ ਗੈਰ ਹਾਜ਼ਰੀ ਬੰਦ ਕਰ ਦਿਓ, ਪੱਕੀ ਹਾਜ਼ਰੀ ਨਿਤਨੇਮ ਦੀ ਬਣਾ ਲਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।